ਕੁਝ ਤੱਥਾਂ ਤੇ ਆંકੜਿਆਂ ਨੂੰ ਦੇਖਦੇ ਹਾਂ ਤਾਂ ਉਹਨਾਂ ਦਾ ਇਹ ਦਾਅਵਾ ਜਿਹੜਾ ਉਹ ਬਿਲਕੁਲ ਝੂਠਾ ਵਾ, ਉਹ ਬਿਲਕੁਲ ਕੋਰਾ ਝੂਠ ਬੋਲ ਰਹੇ ਨੇ। ਕਿਸਾਨਾਂ ਦੀ ਹਾਲਤ ਇਹ ਹੈ यूपी ਦੇ ਵਿੱਚ ਕਿ ਫਸਲਾਂ ਦੇ ਭਾਅ ਤੈਅ ਨਾ ਹੋਣਾ, ਫਸਲਾਂ ਦੇ ਪੂਰੇ ਭਾਅ ਨਾ ਮਿਲਣਾ, ਔਰ ਦੂਜਾ ਇੰਸ਼ੋਰੈਂਸ ਨਾ ਹੋਣਾ। ਤਾਂ ਉਹਦੇ ਕਰਕੇ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਸੁਸਾਈਡ ਕਰ ਜਾਂਦੇ, ਇੱਥੋਂ ਤੱਕ ਕਿ ਕਈ ਵਾਰੀ ਕਿਸਾਨਾਂ ਨੇ ਗੰਨੇ ਦੀ ਖੜੀ ਫਸਲ ਨੂੰ ਅੱਗ ਤੱਕ ਲਾਈ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਫੈਕਟ ਚੈੱਕ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਇਸ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ यूपी ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਉਸ ਕਲੇਮ ਦੇ ਬਾਰੇ ਜਿਹੜਾ ਲੰਘੇ ਦਿਨੀ ਉਹਨਾਂ ਨੇ ਕੀਤਾ ਸੀਗਾ ਕਿ ਮੇਰੀ ਸਰਕਾਰ ਦੇ ਕਾਰਜਕਾਲ ਦੇ ਵਿੱਚ, ਜਾਂ ਇਹ ਕਹਿ ਲਓ ਕਿ ਲੰਘੇ 5 ਸਾਲਾਂ ਦੇ ਵਿੱਚ 2017 ਤੋਂ ਲੈ ਕੇ 2021 ਤੱਕ यूपी ਦੇ ਵਿੱਚ ਇੱਕ ਵੀ ਫਾਰਮਰ ਸੁਸਾਈਡ ਜਿਹੜਾ ਉਹ ਨਹੀਂ ਹੋਇਆ। ਪਰ ਅਸਲ ਦੇ ਵਿੱਚ ਜਦੋਂ ਇਸ ਬਾਬਤ ਆਪਾਂ ਸਰਚ ਕਰਦੇ ਹਾਂ, ਜਦੋਂ ਇਸ ਬਾਬਤ ਕੁਝ ਤੱਥਾਂ ਤੇ ਆંકੜਿਆਂ ਨੂੰ ਦੇਖਦੇ ਹਾਂ ਤਾਂ ਉਹਨਾਂ ਦਾ ਇਹ ਦਾਅਵਾ ਜਿਹੜਾ ਉਹ ਬਿਲਕੁਲ ਝੂਠਾ ਵਾ, ਉਹ ਬਿਲਕੁਲ ਕੋਰਾ ਝੂਠ ਬੋਲ ਰਹੇ ਨੇ। ਉੱਥੇ ਕਿਸਾਨ ਖੁਦਕੁਸ਼ੀਆਂ ਤਾਂ ਦੂਰ ਦੀ ਗੱਲ, ਕਿਸਾਨਾਂ ਦੀ ਹਾਲਤ ਇਹ ਹੈ यूपी ਦੇ ਵਿੱਚ ਕਿ ਫਸਲਾਂ ਦੇ ਭਾਅ ਤੈਅ ਨਾ ਹੋਣਾ, ਫਸਲਾਂ ਦੇ ਪੂਰੇ ਭਾਅ ਨਾ ਮਿਲਣਾ, ਔਰ ਦੂਜਾ ਇੰਸ਼ੋਰੈਂਸ ਨਾ ਹੋਣਾ। ਹਾਲਾਂਕਿ ਮੁਕਾਬਲਤਨ ਪੰਜਾਬ ਦੀ ਖੇਤੀ ਦੇ ਮੁਕਾਬਲੇ ਉੱਥੇ ਜੋਖਮ ਬਹੁਤ ਜ਼ਿਆਦਾ ਮੰਨਿਆ ਜਾਂਦਾ ਹੈ, ਤਾਂ ਉਹਦੇ ਕਰਕੇ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਸੁਸਾਈਡ ਕਰ ਜਾਂਦੇ, ਇੱਥੋਂ ਤੱਕ ਕਿ ਕਈ ਵਾਰੀ ਕਿਸਾਨਾਂ ਨੇ ਗੰਨੇ ਦੀ ਖੜੀ ਫਸਲ ਨੂੰ ਅੱਗ ਤੱਕ ਲਾਈ ਹੈ। ਫੈਕਟ ਚੈੱਕ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੱਸਾਂਗੇ ਕਿ ਲੰਘੇ 4-5 ਸਾਲਾਂ ਦੇ ਵਿੱਚ ਖਾਸ ਕਰਕੇ ਯੋਗੀ ਦੇ ਜਿਹੜਾ ਇੱਕ ਕਲੇਮ ਹੈ ਕਿ 17 ਤੋਂ ਲੈ ਕੇ 21 ਤੱਕ ਉਹਨਾਂ ਦੀ ਪਹਿਲੀ ਟਨਿਓਰ ਦੇ ਵਿੱਚ ਇੱਕ ਵੀ ਫਾਰਮਰ ਸੁਸਾਈਡ ਜਿਹੜਾ ਉਹ ਨਹੀਂ ਕੀਤਾ। ਅਸਲ ਦੇ ਵਿੱਚ ਉਹ ਜਦੋਂ ਗੱਲਬਾਤ ਕਰ ਰਹੇ ਸੀਗੇ ਲਖਨਊ ਦੇ ਵਿੱਚ, ਉਹਨਾਂ ਨੇ ਇਹ ਕਲੇਮ ਕੀਤਾ ਸੀਗਾ ਜਦੋਂ ਉਹ ਗੰਨਾ ਕਿਸਾਨਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਨੂੰ ਖੇਤੀ ਮਸ਼ੀਨਰੀ ਤੇ 77 ਟਰੈਕਟਰ ਦੇਣ ਦਾ ਉਦਘਾਟਨ ਕਰ ਰਹੇ ਸੀਗੇ। ਉਦੋਂ ਉਹਨਾਂ ਨੇ ਕਿਹਾ ਕਿ 2017 ਤੋਂ ਲੈ ਕੇ 21 ਤੱਕ ਪੂਰੇ 5 ਸਾਲ ਦੇ ਵਿੱਚ ਇੱਕ ਵੀ ਫਾਰਮਰ ਸੁਸਾਈਡ ਨਹੀਂ ਹੋਇਆ। ਪਰ ਅਸਲ ਦੇ ਵਿੱਚ ਇਸੇ ਹੀ ਟਨਿਓਰ ਦੇ ਦਰਮਿਆਨ, ਉਹਨਾਂ ਦੀ ਇਸੇ ਕਾਰਜਕਾਲ ਦੇ ਦਰਮਿਆਨ 398 ਤਕਰੀਬਨ 400 ਕਿਸਾਨਾਂ ਨੇ ਤੇ 731 ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ। ਇਹਦਾ ਮਤਲਬ ਇਹ ਹੈ ਕਿ ਲੰਘੇ 5 ਸਾਲਾਂ ਦੇ ਵਿੱਚ ਜੋ ਯੋਗੀ ਆਦਿੱਤਿਆਨਾਥ ਕਲੇਮ ਕਰ ਰਹੇ ਨੇ ਉਸ ਦੀ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਫੈਕਟ ਚੈੱਕ ਕਰੀਏ ਤਾਂ ਅੱਗੇ ਵਧੀਏ ਤੇ ਗੱਲਬਾਤ ਕਰੀਏ ਕਿ यूपी ਦੇ ਵਿੱਚ ਯੋਗੀ ਦੀ ਸਰਕਾਰ ਆਈ ਸੀ 2017 ਦੇ ਵਿੱਚ ਤੇ 2021 ਤੱਕ ਇਸ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਰਹੀ ਤੇ ਇਹਨਾਂ ਸਾਲਾਂ ਦੇ ਵਿੱਚ ਸੂਬੇ ਦੇ ਵਿੱਚ ਲਗਭਗ 398 ਖੁਦਕੁਸ਼ੀਆਂ ਕਿਸਾਨਾਂ ਨੇ, 400 ਦੇ ਲਗਭਗ, ਤੇ ਜਿਨ੍ਹਾਂ ਦੇ ਵਿੱਚ 82% ਮਰਦ, 82% ਮਰਦ ਤੇ 18% ਔਰਤਾਂ ਸ਼ਾਮਲ ਸੀ। ਇਸੇ ਤਰ੍ਹਾਂ 731 ਖੁਦਕੁਸ਼ੀਆਂ ਖੇਤ ਮਜ਼ਦੂਰਾਂ ਦੀਆਂ, ਜਿਨ੍ਹਾਂ ਦੇ ਵਿੱਚ 92% ਮਰਦ ਤੇ 8% ਔਰਤਾਂ ਸ਼ਾਮਲ ਸੀਗੀਆਂ। ਇਹ ਡਾਟਾ NRCB ਦੇ ਜਿਹੜਾ NCRB ਦੇ ਆંકੜਿਆਂ ਦੇ ਮੁਤਾਬਕ ਹੈ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਆંકੜਿਆਂ ਤੋਂ ਲਿਆ ਗਿਆ। ਜੇਕਰ ਸਾਲ ਦਰ ਸਾਲ ਦੇਖੀਏ ਤਾਂ 2017 ਦੇ ਵਿੱਚ 110 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਤੇ 93 ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਇਸੇ ਤਰ੍ਹਾਂ ਸਾਲ 2018 ਦੇ ਵਿੱਚ 80 ਕਿਸਾਨਾਂ ਤੇ 174 ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। 2019 ਦੇ ਵਿੱਚ ਅੱਗੇ ਆ ਜਾਓ, 108 ਕਿਸਾਨਾਂ ਨੇ ਤੇ 153 ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। 2020 ਦੇ ਵਿੱਚ 87 ਤੇ ਕਿਸਾਨਾਂ ਨੇ ਤੇ 85 ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਤੇ 2021 ਦੇ ਵਿੱਚ 13 ਕਿਸਾਨਾਂ ਤੇ 226 ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਸੋ ਉੱਥੇ ਇਹ ਵੀ ਗੱਲ ਵੇਖ ਲਈਏ ਆਪਾਂ ਕਿ 2017 ਤੇ 21 ਦੇ ਦਰਮਿਆਨ ਪ੍ਰਤੀ ਸਾਲ ਔਸਤਨ 79 ਕਿਸਾਨਾਂ ਦੀ ਖੁਦਕੁਸ਼ੀ ਜਿਹੜੀ ਉਹ ਰਿਪੋਰਟ ਕੀਤੀ ਗਈ ਹੈ, ਜਦੋਂ ਕਿ ਰਾਜ ਦੇ ਵਿੱਚ 2021 ਦੇ ਵਿੱਚ ਇਹ ਗਿਣਤੀ 13 ਕੇਸਾਂ ਤੱਕ ਪਹੁੰਚ ਗਈ ਤੇ ਇਸ ਤਰ੍ਹਾਂ 85% ਇਹਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਜਿਹੜਾ ਖੇਤ ਮਜ਼ਦੂਰਾਂ ਦੇ ਵਿੱਚ ਆਪਾਂ ਗਿਣਤੀ ਸੀ ਖੇਤ ਮਜ਼ਦੂਰਾਂ ਦੀ 2017 ਦੇ ਵਿੱਚ, ਉਹ ਸੀਗੀ ਕਿ ਤਕਰੀਬਨ ਇਹਨਾਂ ਨੇ 93 ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਸੀ 2017 ਦੇ ਵਿੱਚ, ਤੇ 2021 ਦੇ ਵਿੱਚ ਇਹੀ ਗਿਣਤੀ ਜਿਹੜੀ ਹੈ 226 ਹੋ ਗਈ। ਕੁੱਲ ਮਿਲਾ ਕੇ 2017 ਤੋਂ ਲੈ ਕੇ 21 ਦੇ ਦਰਮਿਆਨ 5 ਸਾਲਾਂ ਦੇ ਵਿੱਚ 731 ਮਜ਼ਦੂਰਾਂ ਦੀ ਖੁਦਕੁਸ਼ੀ ਦੇ ਨਾਲ ਮੌਤ ਹੋਈ ਹੈ। 2015 ਦੇ ਵਿੱਚ ਇੱਕ ਰਿਪੋਰਟ ਆਈ ਸੀ ਇੰਡੀਆ ਸਪੈਂਡ, ਉਹਨਾਂ ਨੇ ਰਿਪੋਰਟ ਛਾਪੀ ਸੀਗੀ ਕਿ ਕਿਵੇਂ यूपी ਦੇ ਵਿੱਚ ਕਿਸਾਨਾਂ ਦੀਆਂ ਮੌਤਾਂ ਨੂੰ यूपी ਲੁਕਾ ਰਿਹਾ, ਉਹਨਾਂ ਤੇ ਪਰਦਾਪੋਸ਼ੀ ਕੀਤੀ ਜਾ ਰਹੀ ਹੈ। ਮੌਤਾਂ ਦੇ ਵਿੱਚ ਡਾਕਟਰੀ ਜਿਹੜੇ ਪ੍ਰਮਾਣੀਕਰਨ ਉਹਨਾਂ ਦੀ ਘਾਟ ਰੱਖਣੀ, ਮਾਨਸਿਕ ਸਿਹਤ ਦੇ ਨਾਲ ਜੁੜੇ ਜੋ ਵੀ ਮਾਮਲੇ ਸੀ ਉਹ ਦਰਕਿਨਾਰ ਕਰ ਦਿੱਤੇ ਜਾਂਦੇ ਸੀ। ਅਪਰਾਧੀਕਰਨ ਅਤੇ ਬੀਮਾ ਤੋਂ ਇਨਕਾਰ ਕਰਨ ਦੀਆਂ ਚਿੰਤਾਵਾਂ ਦੇ ਨਤੀਜੇ ਵਜੋਂ ਖੁਦਕੁਸ਼ੀਆਂ ਦੀ ਗਿਣਤੀ ਘੱਟ ਕੀਤੀ ਜਾਂਦੀ ਸੀ ਤੇ ਇੰਡੀਆ ਸਪੈਂਡ ਨੇ ਇਹ ਰਿਪੋਰਟ 2022 ਦੇ ਵਿੱਚ ਵੀ ਪ੍ਰਕਾਸ਼ਿਤ ਕੀਤੀ। ਇੱਥੇ ਇੱਕ ਤੱਥ ਹੋਰ ਜਿਹੜਾ ਉਹਦਾ ਜ਼ਿਕਰ ਕਰਦੇ ਚੱਲੀਏ ਕਿ ਜਿਹੜੇ
ਆਲ ਇੰਡੀਆ ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਦੇ ਨਾਲ ਜੁੜੇ ਹੋਏ ਨੇ ਆਗੂ, ਉਹਨਾਂ ਦਾ ਇਹ ਦਾਅਵਾ ਹੈ ਕਿ ਬਹੁਤ ਵਾਰ ਜ਼ਰੂਰੀ ਨਹੀਂ ਕਿ ਕਿਸਾਨ ਫਸਲ ਤਬਾਹ ਹੋਣ ਕਰਕੇ ਹੀ ਜਿਹੜਾ ਵਾ ਉਹ ਖੁਦਕੁਸ਼ੀ ਕਰਦਾ ਵਾ। ਜ਼ਰੂਰੀ ਨਹੀਂ ਹੈ ਕਿ ਕਿਸਾਨ ਨੂੰ ਇੰਸ਼ੋਰੈਂਸ ਨਹੀਂ ਮਿਲਦੀ ਉਹ ਤਾਂ ਖੁਦਕੁਸ਼ੀ ਕਰ ਜਾਂਦਾ ਵਾ। ਜ਼ਰੂਰੀ ਨਹੀਂ ਹੈ ਕਿ ਫਸਲਾਂ ਦੇ ਭਾਅ ਕਿਸਾਨ ਨੂੰ ਨਹੀਂ ਮਿਲਦੇ ਉਹ ਤਾਂ ਖੁਦਕੁਸ਼ੀ ਕਰ ਜਾਂਦਾ। ਉਹਨਾਂ ਦੱਸਿਆ ਸੀਗਾ ਕਿ ਕਿਸਾਨ ਕਈ ਵਾਰੀ ਬਾਹਰਲੀ ਮੰਡੀ ਚੋਂ ਜਾਂ ਕਹਿ ਲਓ ਕਿ ਬਾਹਰੋਂ ਬਾਜ਼ਾਰ ਦੇ ਵਿੱਚੋਂ ਕਰਜ਼ਾ ਫੜਦਾ ਵਾ, ਜਿਹੜਾ ਕਿ ਉਹਨੂੰ ਬਹੁਤ ਉੱਚ ਦਰਾਂ ਦੇ ਉੱਤੇ ਮਿਲਦਾ। ਬਹੁਤ ਵਾਰ ਇਹ ਕਰਜ਼ਾ ਨਾ ਮੋੜਨ ਕਰਕੇ ਉਹਨੂੰ ਸਮਾਜਿਕ ਤੌਰ ਤੇ ਬੜੇ ਜ਼ਲੀਲ ਹੋਣਾ ਪੈਂਦਾ ਵਾ। ਆਪਣੇ ਸਾਧਨ ਕਈ ਵਾਰੀ ਵੇਚਣੇ ਪੈਂਦੇ ਆ। ਜਿਹੜਾ ਇਹ ਕਰਜ਼ਾ ਦੇਣ ਵਾਲਾ ਸ਼ਾਹੂਕਾਰ ਕਹਿ ਲਓ ਜਾਂ ਆੜ੍ਹਤੀਆ ਕਹਿ ਲਓ, ਉਹਦੇ ਟਰੈਕਟਰ ਤੱਕ ਲੈ ਜਾਂਦਾ ਕਈ ਵਾਰੀ। ਤੇ ਇਸ ਤਰ੍ਹਾਂ ਉਹਨੂੰ ਲੱਗਦਾ ਕਿ ਹੁਣ ਮੇਰੇ ਜੀਣ ਦਾ ਕੋਈ ਸਬੱਬ ਨਹੀਂ ਬਚਿਆ ਤੇ ਉਹ ਫਿਰ ਆਪਣੀ ਖੁਦਕੁਸ਼ੀ ਕਰ ਲੈਂਦਾ। ਦੂਜੀ ਗੱਲ ਇਹ ਹੈ ਕਿ ਜਿਹੜਾ ਇਸ ਮਾਮਲੇ ਦੇ ਵਿੱਚ ਇੱਕ ਹੋਰ ਚੀਜ਼ ਐਡ ਕੀਤੀ ਗਈ ਆ, ਉਹ ਇਹ ਕਿ ਜਿਹੜੇ ਡਾਟੇ ਲਏ ਗਏ ਨੇ ਉਹ ਉਹਨਾਂ ਕਿਸਾਨਾਂ ਖੇਤ ਮਜ਼ਦੂਰਾਂ ਦੇ ਲਏ ਗਏ ਨੇ ਤੇ ਇਸ ਡਾਟੇ ਦੇ ਵਿੱਚ ਉਹਨਾਂ ਨੂੰ ਖੇਤ ਮਜ਼ਦੂਰ ਗਿਣਿਆ ਗਿਆ ਜਿਨ੍ਹਾਂ ਦੀ ਆਪਣੀ ਜ਼ਮੀਨ ਹੈ ਨਹੀਂ ਸੀ। ਜਿਹੜੇ ਕਿਸਾਨ ਆਪਣੀ ਜ਼ਮੀਨ ਤੇ ਖੇਤੀ ਕਰਦੇ ਉਹਨਾਂ ਨੂੰ ਕਿਸਾਨੀ ਦੇ ਵਿੱਚ ਰੱਖਿਆ ਗਿਆ ਵਾ। ਜਿਹੜੇ ਹਿੱਸੇ ਠੇਕੇ ਤੇ ਜਾਂ ਚੌਥੇ ਪੰਜਵੇਂ ਹਿੱਸੇ ਤੇ ਖੇਤੀ ਕਰਦੇ ਸੀਗੇ ਉਹਨਾਂ ਨੂੰ ਮਜ਼ਦੂਰ ਦੇ ਤੌਰ ਤੇ ਰੱਖਿਆ ਗਿਆ ਤੇ ਮਜ਼ਦੂਰਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਦੇਖਿਆ ਗਿਆ। ਯੂਪੀ ਦੇ ਵਿੱਚ ਕਈ ਥਾਈਂ ਕਈ ਵਾਰੀ ਕਿਸਾਨਾਂ ਨੇ ਆਪਣੀ ਖੜੀ ਗੰਨੇ ਦੀ ਫਸਲ ਨੂੰ ਅੱਗ ਤੱਕ ਲਾਉਣੀ ਪਈ ਹੈ ਤੇ ਬਹੁਤੇ ਜਿਹੜੇ ਕਿਸਾਨ ਨੇ ਉਹ ਗੰਨਾ ਉਤਪਾਦਕ ਨੇ ਜਿਨ੍ਹਾਂ ਨੇ ਖੁਦਕੁਸ਼ੀਆਂ ਕੀਤੀਆਂ। ਪਰ ਮੁੱਖ ਮੰਤਰੀ ਸਾਹਿਬ ਇਹ ਉਦੋਂ ਕਲੇਮ ਕਰ ਰਹੇ ਸੀਗੇ ਜਦੋਂ ਉਹ ਖੁਦ ਗੰਨਾ ਕਿਸਾਨਾਂ ਨੂੰ, ਕੁਝ ਕੋਆਪਰੇਟਿਵ ਸੁਸਾਇਟੀਆਂ ਨੂੰ, ਹੋਰ ਉਹ ਜਿਹੜੇ ਖੇਤੀਬਾੜੀ ਦੇ ਸਮਾਨ ਔਜ਼ਾਰ ਜਾਂ 77 ਉਹਨਾਂ ਨੇ ਟਰੈਕਟਰ ਦੇਣੇ ਸੀ ਲਖਨਊ ਦੇ ਵਿੱਚ। ਉਦੋਂ ਉਹਨਾਂ ਨੇ ਕਲੇਮ ਕੀਤਾ ਕਿ ਲੰਘੇ 5 ਸਾਲਾਂ ਦੇ ਵਿੱਚ ਯੂਪੀ ਦੇ ਵਿੱਚ ਇੱਕ ਵੀ ਜਿਹੜਾ ਕਿਸਾਨ ਖੁਦਕੁਸ਼ੀ ਆ ਉਹ ਨਹੀਂ ਸਾਹਮਣੇ ਆਈ, ਜਦ ਕਿ ਡਾਟਾ ਇਹ ਕਹਿੰਦਾ ਕਿ ਇਸੇ ਸਮੇਂ ਦੇ ਦੌਰਾਨ 400 ਕਿਸਾਨ ਖੁਦਕੁਸ਼ੀਆਂ ਕਰ ਗਿਆ, 731 ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਗਿਆ। ਔਰ ਇਹਨਾਂ ਦੋਨਾਂ ਗਿਣਤੀਆਂ ਦੇ ਵਿੱਚ ਹੀ ਔਰਤਾਂ ਦੀ ਗਿਣਤੀ ਇੱਕ ਥਾਂ 92% ਹੈ ਤੇ ਇੱਕ ਥਾਂ 82% ਹੈ, ਯਾਨੀ ਕਿ ਬਹੁਤ ਵੱਡੀ ਗਿਣਤੀ, ਮਾਫ ਕਰਨਾ, ਇੱਕ ਥਾਂ 92% ਮਰਦਾਂ ਨੇ ਖੁਦਕੁਸ਼ੀ ਕੀਤੀ ਹੈ, ਇੱਕ ਥਾਂ 82% ਨੇ ਕੀਤੀ ਹੈ। ਖੇਤ ਮਜ਼ਦੂਰਾਂ ਦੇ ਵਿੱਚ 82% ਜਿਹੜੇ ਨੇ ਉਹ ਮਰਦ ਨੇ ਤੇ 8% ਜਿਹੜੀਆਂ ਉਹ ਔਰਤਾਂ ਨੇ। ਖੇਤ ਮਜ਼ਦੂਰਾਂ ਦੇ ਵਿੱਚ 82% ਮਰਦ ਤੇ 18% ਔਰਤਾਂ ਨੇ ਕਿਸਾਨਾਂ ਦੇ ਮਾਮਲੇ ਦੇ ਵਿੱਚ। ਸੋ ਜਿਹੜਾ ਉਹਨਾਂ ਨੂੰ ਓਪਨ ਬਾਜ਼ਾਰ ਦੇ ਵਿੱਚੋਂ ਕਰਜ਼ਾ ਮਿਲਦਾ ਵਾ ਕਿਸਾਨਾਂ ਨੂੰ ਉਹ ਉੱਚ ਦਰਾਂ ਤੇ ਮਿਲਦਾ ਵਾ, ਉਹਨਾਂ ਨੂੰ ਫਸਲਾਂ ਦੇ ਇੰਸ਼ੋਰੈਂਸ ਨਹੀਂ ਮਿਲਦੇ ਤੇ ਮੁਕਾਬਲਤਨ ਮੈਦਾਨੀ ਇਲਾਕਿਆਂ ਦੇ ਪੰਜਾਬ ਤੇ ਹਰਿਆਣਾ ਦੇ, ਯੂਪੀ ਦੇ, ਬਿਹਾਰ ਦੇ ਵਿੱਚ ਜਿਹੜੀ ਖੇਤੀ ਆ ਉਹਦੀਆਂ ਔਕੜਾਂ ਦਿੱਕਤਾਂ ਬਹੁਤ ਜ਼ਿਆਦਾ ਨੇ। ਉੱਥੇ ਸੋਰਸਸ ਬਹੁਤ ਜ਼ਿਆਦਾ ਲੱਗਦੇ ਨੇ ਤੇ ਇੰਨੇ ਹੈ ਨਹੀਂ ਗੇ। ਉਹਨਾਂ ਦੀ ਇੱਕ ਵੀ ਫਸਲ ਜੇ ਤਬਾਹ ਹੋ ਜਾਵੇ ਉਹ ਬਹੁਤ ਫਾਈਨੈਂਸ਼ੀਅਲ ਤੌਰ ਤੇ ਪਿੱਛੇ ਹੋ ਜਾਂਦੇ ਨੇ ਤੇ ਦੂਜਾ ਫਸਲਾਂ ਦੇ ਜਿਹੜੇ ਵਾਜਬ ਮੁੱਲ ਨੇ ਉਹ ਵੀ ਉਹਨਾਂ ਨੂੰ ਨਹੀਂ ਮਿਲਦੇ। ਸੋ ਯੋਗੀ ਸਾਹਿਬ ਕਲੇਮ ਕਰਨ ਦੀ ਬਜਾਏ ਪਹਿਲਾਂ ਉਹਨਾਂ ਚੀਜ਼ਾਂ ਨੂੰ ਦੇਖ ਲਿਆ ਕਰੋ ਤੇ ਦੂਜਾ ਇਕੱਲੇ ਕਲੇਮ ਕਰਨ ਦੀ ਲੋੜ ਨਹੀਂ, ਕਿਸਾਨੀ ਨੂੰ ਬਚਾਉਣ ਦੇ ਲਈ ਨੀਤੀਆਂ ਬਣਾਉਣ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ। ਜਲਦ ਮੇਲੇ ਹੋਣਗੇ ਇੱਕ ਨਵੇਂ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ। ਧੰਨਵਾਦ ਤੁਹਾਡਾ।